अस्सलाम नाज़रीन प्रोग्राम गपशप अज जनाब ਤੁਹਾਨੂੰ ਲੈ ਕੇ ਜਾਣਾ ਪਾਕਿਸਤਾਨ ਔਰ ਅੱਜ ਦਾ ਪ੍ਰੋਗਰਾਮ ਹੋਏਗਾ ਪੰਜਾਬੀ ਚ ਤਾਂ ਕਿ ਅਸੀਂ ਕਿਤੇ ਪੰਜਾਬੀ ਭੁੱਲ ਨਾ ਜਾਈਏ ਯਾਦ ਰਹੇ ਸਾਨੂੰ ਔਰ ਪਾਕਿਸਤਾਨ ਇੱਕ ਦੋਸਤ ਗਏ ਨੇ ਜਰਮਨੀ ਇਥੋਂ ਇੰਗਲੈਂਡ ਤੋਂ ਸਫ਼ਰ ਪੁੱਛਾਂਗੇ ਕੈਸਾ ਰਿਹਾ ਕਹਿੰਦੇ ਕਾਫੀ ਉੱਥੇ ਮਸਲਾ ਬਣਿਆ ਲਾਹੌਰ 에ਅਰਪੋਰਟ ਤੇ ਵੀ ਪੁੱਛਾਂਗੇ ਕੀ ਮਸਲਾ ਮਸਾਇਲ ਚੱਲਿਆ ਉੱਥੇ ਤੇ ਚੱਲਨੇ ਉਹਨਾਂ ਦੇ ਕੋਲ ਜੀ ਅਸਲਾਮ ਅਲੈਕਮ ਜੀ वालेकुम सलाम मियां साहब की हाल है ठीक ठाक हो। हाँ जी पाकिस्तान ਤੁਸੀਂ ਗਏ ਤੇ ਆਪਣਾ कैसा ਰਿਹਾ ਸਫ਼ਰ ਇਥੋਂ ਇੰਗਲੈਂਡ ਤੋਂ ਕਿਹੜੀ 에ਅਰਲਾਈਨ ਤੇ ਗਏ ਸੀ मैं जनाब ब्रिटिश एयरवेज से गया था हीथरो एयरपोर्ट तो लाहौर। ਅੱਛਾ ਤੇ ਉਹ मतलब ਸਰਵਿਸ ਠੀਕ ਸੀ ਉਹਨਾਂ ਦੀ ਪਿੱਛੇ ਜਿਹੇ ਤੇ ਇੱਕ ਔਰਤ ਉਹਦੇ ਚ ਮਰ ਗਈ ਸੀ ਉਹ ਕਹਿੰਦੇ ਹਾਰਟ ਅਟੈਕ ਹੋ ਗਿਆ ਪਤਾ ਨਹੀਂ ਕੀ ਕੋਈ ਅੱਛੀ ਸਰਵਿਸ ਨਹੀਂ ਦੇ ਸਕੀ ਬ੍ਰਿਟਿਸ਼ 에ਅਰਵੇਜ਼ नहीं नहीं बहुत अच्छी सर्विस ब्रिटिश एयरवेज की डायरेक्ट एयरलाइन आती हीथरो एयरपोर्ट तो लाहौर ਅੱਛਾ ते हर तरह का बेहतरीन सी सर्विस उन्होंने दी A1। ਹੂੰ ਤੇ ਉਹ ਆਪਣਾ ਫਿਰ ਕਰੋਨਾ ਟੈਸਟ ਇਥੋਂ ਲੰਡਨ ਤੋਂ ਕਰਵਾਇਆ ਕੋਈ जी उन्होंने असीं पहले ऑनलाइन बुकिंग करवाई सी कोरोना टेस्ट की। ये पाकिस्तान की मतलब है रिक्वायरमेंट ਹੂੰ कि कोरोना टेस्ट करवा के आना तुसी PCR टेस्ट करवाया सी हीथरो एयरपोर्ट तो ਕਿੰਨੇ ਪੈਸੇ ਲੱਗੇ 59 ਪਾਉਂਡ ਦਾ 59 ਪਾਉਂਡ ਦਾ ਮਤਲਬ ਕਿ ਆਨਲਾਈਨ ਅਸੀਂ ਬੁੱਕ ਕੀਤਾ ਸੀ ਅੱਛਾ ਤੇ ਉਹ ਫਿਰ ਡਰਾਈਵ ਥਰੂ ਹੀ ਟੈਸਟ ਬੁੱਕ ਕੀਤਾ ਸੀ। ਉਹਨਾਂ ਦੇ ਦੋ ਆਪਸ਼ਨ ਨੇ ਕਿ ਡਰਾਈਵ ਥਰੂ ਕਰਨਾ ਜਾਂ ਦੂਸਰਾ ਕਰਨਾ। ਅਸੀਂ ਡਰਾਈਵ ਥਰੂ ਕੀਤਾ ਸੀ ਸਿੱਧੇ ਮਤਲਬ ਆਪਣੀ ਗਾੜੀ 'ਚ ਗਏ ਤੇ ਗੱਡੀ ਦੇ ਵਿੱਚ ਬੈਠਿਆਂ ਜਨਾਬ ਉਹਨਾਂ ਨੇ ਸਾਡਾ ਟੈਸਟ ਲਿਆ ਹੂੰ ਤੇ ਰਿਜ਼ਲਟ ਉਹਨਾਂ ਮੇਲ ਦੇ ਥਰੂ ਸਾਨੂੰ ਭੇਜਤਾ ਸੀ। ਕਿੰਨੀ ਦੇਰ ਚ ਮੇਲ ਦੇ ਜ਼ਰੀਏ ਆਇਆ 24 ਆਵਰਸ। ਉਹ ਜਿਹਨੇ ਟੈਸਟ ਲਿਆ ਉਹਨੇ ਆਪ ਹੀ ਟੈਸਟ ਲਿਆ ਕਿ ਤੁਹਾਨੂੰ ਉਹਨੇ ਕਿਹਾ ਤੁਸੀਂ ਇਹ ਜੀ ਕਰੋ ਚੈੱਕ ਕਰੋ ਕਰੋ ਜਾਂ ਨਹੀਂ ਉਹ ਗੱਡੀ 'ਚ ਬੈਠੇ ਰਹੇ ਆਇਆ ਆਦਮੀ ਉਹਨੇ ਸਟਿਕ ਮਤਲਬ ਕਿ ਪਹਿਲੇ ਸਾਡੇ ਮੂੰਹ ਦੇ ਵਿੱਚ ਫੇਰਦੇ ਨੇ ਗਲੇ 'ਚ ਨੱਕ 'ਚ ਫਿਰ ਸਟਿਕ ਤੇ ਨੱਕ ਦੇ ਵਿੱਚ ਬਾਅਦ 'ਚ ਫੇਰਦੇ ਜੇ। ਚਲੋ ਇਹ ਵੀ ਸ਼ੁਕਰ ਹੈ ਕਿ ਪਹਿਲੇ ਸ਼ੁਕਰ ਹੈ ਕਿ ਪਹਿਲੇ ਨੱਕ 'ਚ ਨਹੀਂ ਫੇਰਦੇ ਫਿਰ ਮੂੰਹ 'ਚ ਫੇਰਦੇ ਇਹ ਵੀ ਬੱਚਤ ਹੋਈ ਨਹੀਂ ਉਹ ਪੁੱਛਦੇ ਨੇ ਤੁਸੀਂ ਪਹਿਲੇ ਕਿੱਥੇ ਮਤਲਬ ਅੱਛਾ ਅਸੀਂ ਮਤਲਬ ਕਿੱਥੇ ਫੇਰੀਏ ਤੂੰ ਨੱਕ 'ਚ ਜਾਂ ਮੂੰਹ 'ਚ ਅੱਛਾ ਮਜ਼ਾਕ ਨਾਲ ਹੀ ਪੁੱਛਦੇ ਨੇ ਬੰਦੇ ਨੂੰ ਕਈ ਦਫਾ ਉਹ ਲੇਕਿਨ ਅਸੂਲ ਉਹਦਾ ਇਹ ਹੈ ਕਿ ਮੂੰਹ 'ਚ ਗਲੇ 'ਚ ਪਹਿਲੇ ਮਤਲਬ ਕਿ ਲਗਾਉਂਦੇ ਨੇ ਸਟਿਕ ਫਿਰ ਨੋਜ਼ ਦੇ ਅੰਦਰ। ਅੱਛਾ ਫਿਰ ਉਹ ਤੋਂ ਸਫ਼ਰ ਜਾਰੀ ਹੋਇਆ ਤੇ ਇੱਥੇ ਫਿਰ ਉਹਨਾਂ ਨੇ ਚੈੱਕ ਕੀਤਾ ਕਰੋਨਾ ਟੈਸਟ ਇੰਗਲੈਂਡ ਵੀ ਜੀ ਲਾਹੌਰ 에ਅਰਪੋਰਟ ਤੇ ਜਦੋਂ ਅਸੀਂ ਲੈਂਡ ਹੋਏ ਆ ਇੱਥੇ ਉਹਨਾਂ ਨੇ ਜਨਾਬ ਸਭ ਤੋਂ ਪਹਿਲੇ ਉਹਨਾਂ ਨੇ ਕਰੋਨਾ ਟੈਸਟ ਸਾਡਾ ਲਿਆ ਹੈ। ਅੱਛਾ ਉਹ ਇਹਨਾਂ ਨੇ ਖੁਦ ਵੀ ਲਾਹੌਰ ਮਤਲਬ ਕਿ ਇੰਤਜ਼ਾਮ ਕੀਤਾ ਤਾਂ ਹੈ। ਅੱਛਾ ਸਭ ਦਾ ਕਰਨ ਦੇ ਸੀ ਸਾਰੇ ਮੁਸਾਫਰਾਂ ਦਾ ਜੀ ਸਭ ਮੁਸਾਫਰਾਂ ਦਾ ਉਹਨਾਂ ਨੇ ਕਰੋਨਾ ਟੈਸਟ ਲਿਆ ਇੱਥੇ ਖੁਦ ਵੀ। ਅੱਛਾ ਤੇ ਦੋ ਫਾਰਮ ਸਾਡੇ ਤੋਂ ਪੂਰ ਵੀ ਕਰਵਾਏ ਸੀ ਜਹਾਜ਼ ਦੇ ਅੰਦਰ ਵੀ। ਅੱਛਾ ਤੇ ਉਹਦੇ ਬਾਅਦ ਲੈਂਡ ਕਰਨ ਤੋਂ ਬਾਅਦ ਫਿਰ ਸਭ ਤੋਂ ਪਹਿਲੇ ਕਰੋਨਾ ਟੈਸਟ ਹੋਇਆ ਹੈ। ਉਹਦੇ ਬਾਅਦ ਉਹਨਾਂ ਨੇ ਸਾਨੂੰ ਫਿਰ ਇੱਕ ਫਾਰਮ ਦਿੱਤਾ ਹੈ। ਅੱਛਾ ਉਹ ਕਸਟਮ ਵਾਲਿਆਂ ਦਾ ਫਾਰਮ ਸੀ ਜੇ ਉਹ ਕਸਟਮ ਵਾਲਿਆਂ ਦਾ ਫਾਰਮ ਫਿਲਅਪ ਕੀਤਾ ਸਾਰਾ ਉਹਦੇ ਹਿਸਾਬ ਤੁਸੀਂ ਡਿਕਲੇਅਰ ਕਰਨਾ ਹੁੰਦਾ ਹੈ ਕਿ ਉਹਨਾਂ ਸਾਰਾ ਲਿਖਿਆ ਤੇ ਕਿੰਨੇ ਪੈਸੇ ਨੇ ਕਿਹੜੀ ਕਰੰਸੀ ਹੈ ਤੁਹਾਡੇ ਕੋਲ ਜੇਵਰ ਕਿੰਨਾ ਹੈ ਹੋਰ ਕੋਈ ਚੀਜ਼ ਜਿਹੜੀ ਵੀ ਕੋਈ ਕੀਮਤੀ ਅਸ਼ੀਆ ਨੇ ਉਹਨਾਂ ਦੇ ਨਾਮ ਸੀ ਤੇ ਕਿੱਥੇ ਤੁਸੀਂ ਜਾਣਾ ਕਿੰਨੀ ਦੇਰ ਸਟੇ ਕਰਨਾ ਹੈ ਸਾਰੀਆਂ ਚੀਜ਼ਾਂ ਫੋਨ ਨੰਬਰ ਤੁਹਾਡਾ ਕੰਟੈਕਟ ਨੰਬਰ ਐਵਰੀਥਿੰਗ। ਨਹੀਂ ਤੇ ਜ਼ੇਵਰ ਜ਼ੂਵਰ ਕਿਉਂ ਪੁੱਛਦੇ ਨੇ ਉਹ ਤਾਂ ਕਿ ਕਸਟਮ ਵਾਲਿਆਂ ਅਗਰ ਗਲਤ ਬਿਆਨੀ ਕਰੋ ਤੇ ਉਹ ਫਿਰ ਕਸਟਮ ਜ਼ਿਆਦਾ ਪਾਉਂਦੇ ਹੋਣੇ ਜੁਰਮਾਨਾ ਪਾਉਂਦੇ ਹੋਣੇ। ਹਾਂਜੀ ਉਹ ਇਸੇ ਲਈ ਫਾਰਮ ਫਿਲ ਕਰਾਇਆ ਸਾਈਨ ਕਰਵਾਏ ਨੇ ਉਹਦੇ ਬਾਅਦ ਉਹਨਾਂ ਨੇ ਸਾਨੂੰ ਸਾਡਾ ਸਮਾਨ ਵਗੈਰਾ ਦਿੱਤਾ ਟੈਚੀ ਵਗੈਰਾ ਨਾ ਸਮਾਨ ਬਾਅਦ ਚੋਂ ਆਇਆ। ਅੱਛਾ ਉਹ ਤੁਸੀਂ ਡਿਕਲੇਅਰ ਕਰਨਾ ਸਾਰਾ ਕੁਝ ਪ੍ਰੋਪਰ ਡਿਕਲੇਅਰ ਕਰਨਾ ਹੈ। ਅਗਰ ਉਹ ਕੋਈ ਰੋਂਗ ਸਟੇਟਮੈਂਟ ਹੈ ਤੁਹਾਡੀ ਤੇ ਫਿਰ ਉਹ ਤੁਹਾਨੂੰ ਜ਼ਾਹਰ ਹੈ ਜੁਰਮਾਨਾ ਹੋਏਗਾ। ਅੱਛਾ ਇਹ ਦੱਸੋ ਕਿ ਕਿੰਨਾ ਟਾਈਮ ਲੱਗਿਆ ਇਹ ਜਿੰਨਾ ਹੁਣ ਤੁਸੀਂ ਦੱਸਿਆ ਕਿ ਫਾਰਮ ਵੀ ਪੁਰ ਕੀਤਾ ਪਲੇਨ 'ਚ ਫਿਰ ਉਹਨਾਂ ਕਰੋਨਾ ਟੈਸਟ ਵੀ ਲਿਆ ਫਿਰ ਉਹਨਾਂ ਇਹ ਵੀ ਲਿਖਵਾਇਆ ਏਅਰਪੋਰਟ 'ਚ ਕਿੰਨੀ ਦੇਰ ਲੱਗ ਗਈ ਤੁਹਾਨੂੰ ਉੱਥੋਂ ਬਾਹਰ ਨਿਕਲਣ ਲੱਗਿਆ? ਤਕਰੀਬਨ 1 ਘੰਟਾ ਲੱਗ ਗਿਆ ਟੋਟਲ। ਉਸ ਦਿਨ ਮਤਲਬ ਰਸ਼ ਕੋਈ ਨਹੀਂ ਸੀ ਸਾਡੀ ਜਦੋਂ ਫਲਾਈਟ ਲੈਂਡ ਹੋਈ ਹੈ ਕੋਈ ਰਸ਼ ਨਹੀਂ ਸੀ ਉਸ ਟਾਈਮ ਨਾ। ਅੱਛਾ ਬਾਅਦ ਦਫਾ ਜ਼ਿਆਦਾ ਫਲਾਈਟਾਂ ਜਦੋਂ ਲੈਂਡ ਹੋਣ ਇਕੱਠੀਆਂ ਇੱਕ ਟਾਈਮ ਤੇ ਫਿਰ ਉੱਥੇ ਰਸ਼ ਵੀ ਬਹੁਤ ਹੁੰਦਾ ਹੈ। ਤੇ ਮਾਸਕ ਮੂਸਕ ਵੀ ਜਹਾਜ਼ ਚਲਾ ਕੇ ਬੈਠਣਾ ਪਿਆ ਜਾਂ ਉਹਨਾਂ ਨੇ ਕੋਈ ਹੋਰ ਇੰਤਜ਼ਾਮ ਕੀਤਾ? ਨਹੀਂ ਕੰਟੀਨਿਊ ਮਾਸਕ ਲਗਾ ਕੇ ਰੱਖਿਆ ਖਾਣਾ ਵਗੈਰਾ ਦੇ ਟਾਈਮ ਤੁਸੀਂ ਉਤਾਰ ਸਕਦੇ ਹੋ ਬਾਕੀ ਲਗਾਈ ਰੱਖਣਾ। ਅੱਛਾ ਵੈਸੇ ਇੱਕ ਸਵਾਲ ਹੈ ਜਦੋਂ ਖਾਣਾ ਉਦੋਂ ਕਰੋਨਾ ਵਾਇਰਸ ਜਿਹੜਾ ਇੱਧਰ ਉੱਧਰ ਹੋ ਜਾਂਦਾ
ਉਹ ਬਾਅਦ ਕੀ ਕਹਿ ਸਕਦੇ ਹਾਂ, ਉਹਨਾਂ ਦਾ ਮਕਸਦ ਇਹ ਹੈ ਨਾ ਕਿ ਮੈਕਸਿਮਮ ਮਤਲਬ ਕੇਅਰ ਕਰੋ। ਹੂੰ ਠੀਕ ਹੈ। ਅੱਛਾ, ਤੇ ਹਾਂਜੀ। ਉਹਦੇ ਬਾਅਦ ਇਹ ਦੱਸੋ ਜ਼ਰਾ ਕਿ ਖਾਣਾ ਛਾਣਾ ਠੀਕ ਦੇ ਰਹੇ ਨੇ ਕਿ ਉਹੀ ਹਾਲੇ ਕੋਈ ਸਿਸਟਮ ਠੀਕ ਨਹੀਂ ਹੈ ਜੀ ਨਹੀਂ ਪਹਿਲੇ? ਨਹੀਂ ਨਹੀਂ, ਇਹ ਵਨ ਸੀ, ਖਾਣਾ ਵਗੈਰਾ ਪ੍ਰੋਪਰ ਸੀ, ਉਹਨਾਂ ਨੇ ਗਰਮ ਖਾਣਾ ਸੀ, ਸਹੀ ਦਿੱਤਾ। ਅੱਛਾ, ਹਾਂਜੀ। ਮੂੰਹ ਤਾਂ ਨਹੀਂ ਸੜ ਗਿਆ? ਜ਼ਿਆਦਾ ਗਰਮ ਤੇ ਨਹੀਂ ਸੀ? ਨਹੀਂ, ਨਾ ਮੂੰਹ ਸੜਦਾ ਨਾ ਪੇਟ ਭਰਦਾ ਹੈ। ਅੱਛਾ, ਮਤਲਬ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਹੈਗੀ। ਹਾਂ, ਨਹੀਂ ਨਹੀਂ। ਠੀਕ। ਅੱਛਾ, ਤੇ ਉੱਥੇ ਫਿਰ ਜਾ ਕੇ ਮਹਿਸੂਸ ਹੋਇਆ ਕਿ ਪਾਕਿਸਤਾਨ ਜਦੋਂ ਗਏ ਕਿ ਕੋਈ ਤਬਦੀਲੀ ਆਈ ਦੀ ਹੈ? ਲੋਕੀ ਉੱਥੇ ਵੀ ਮਾਸਕ ਮੂਸਕ ਲਾ ਕੇ ਫਿਰਦੇ ਨੇ ਕਿ ਇੱਕ ਅੱਧੇ ਨੇ ਲਾਇਆ ਹੁੰਦਾ, 10 ਉਂਝ ਹੀ ਫਿਰ ਰਹੇ ਨੇ? ਉਹ ਸਿਰਫ ਜਿਹੜੇ ਨਾ ਅਸੀਂ ਲਗਾਇਆ ਦਾ ਸੀ ਤੇ ਸਟਾਫ ਉਂਝ ਹੀ ਫਿਰ ਰਿਹਾ ਸੀ ਚੈੱਕ ਕਰਨ ਵਾਲਾ। ਅੱਛਾ। ਉਹ ਇਹ ਸਾਰੀ ਮਤਲਬ ਰਿਕੁਆਇਰਮੈਂਟ ਜਿਹੜੀਆਂ ਨਾ ਉਹ ਸਾਡੇ ਲਈ ਨੇ। ਅੱਛਾ, ਉਹਨਾਂ ਲਈ ਨਹੀਂ ਹੈ? ਹਾਂ, ਨਹੀਂ ਨਹੀਂ, ਉਹਨਾਂ ਲਈ ਕੋਈ ਨਹੀਂ। ਉਹ ਸਭ ਉਸੇ ਤਰ੍ਹਾਂ ਇਮੀਗ੍ਰੇਸ਼ਨ ਵਾਲੇ ਬੈਠੇ ਸੀ, ਉਸੇ ਤਰ੍ਹਾਂ ਟੁਰੇ ਫਿਰਦੇ ਸੀ ਟਰਾਲੀਆਂ ਵਾਲੇ। ਹੂੰ। ਕਿਸੇ ਕਿਸੇ ਲਗਾਇਆ ਦਾ ਸੀ ਅੱਛਾ। ਤੇ ਬਾਹਰ ਨਿਕਲੇ ਉਂਝ ਹੀ ਮਾਸਕ ਬਗੈਰ ਸਾਰੀ ਦੁਨੀਆ ਜਿਸ ਤਰ੍ਹਾਂ ਖੜੀ ਸੀ ਵੇਟ ਕਰ ਰਹੇ ਆਪਣੇ ਅਜ਼ੀਜ਼ੋ ਕਾਰਬ ਦਾ। ਜਫੀਆਂ? ਹਾਂਜੀ, ਉਸੇ ਤਰ੍ਹਾਂ ਹੀ। ਅੱਛਾ ਅੱਛਾ, ਕੋਈ ਫਰਕ ਨਹੀਂ ਪਿਆ? ਨਹੀਂ ਨਹੀਂ, ਕੋਈ ਗਰਜ਼ ਨਹੀਂ ਕਿਸੇ ਨੂੰ। ਐਵੇਂ ਬਸ ਦਫ਼ਤਰਾਂ ਦੇ ਬਾਹਰ ਵੀ ਲਿਖਿਆ ਕਿਤੇ ਵੀ ਜਾਓ ਵੀ ਮਾਸਕ ਦੇ ਬਗੈਰ ਅੰਦਰ ਨਹੀਂ ਆਉਣਾ। ਹੂੰ ਟੈਂਕ ਤੇ ਵੀ ਲਿਖਿਆ ਤਾਂ ਬਾਹਰ। ਹੂੰ। ਅੰਦਰ ਜਾਓ ਤੇ ਉਸੇ ਤਰ੍ਹਾਂ ਸਾਰੇ ਖੈਰ ਨਾਲ ਬੈਠੇ ਨੇ ਆਪ। ਮਗਰ ਚਲੋ ਲਿਖਿਆ ਤੇ ਹੈ ਨਾ, ਇਹਦੇ ਨਾਲ ਹੀ ਬੜਾ ਹੌਸਲਾ ਹੁੰਦਾ ਵਾ ਨਾ, ਕਿਉਂਕਿ ਕਰੋਨਾ ਵਾਇਰਸ ਨੂੰ ਤਾਂ ਪਤਾ ਹੈ ਨਾ ਕਿ ਲਿਖਿਆ ਦਾ ਬਾਹਰ। ਨਹੀਂ। ਕਿਸੇ ਬਸ ਉਹ 10 ਆਦਮੀ ਹੈ ਨਾ ਤੇ ਇੱਕ ਆਦਮੀ ਨੇ ਪਾਇਆ ਹੋਏਗਾ, ਮਤਲਬ ਕਿ ਨਾ ਕਿਸੇ ਵੀ ਦਫ਼ਤਰ 'ਚ ਜਾਂ 2 ਨੇ। ਉਹ ਵੀ ਬਿਮਾਰ ਹੋਣਾ ਵਾ, ਉਹਨੂੰ ਡਾਕਟਰ ਨੇ ਕਿਹਾ ਲਾ ਕੇ ਜੇ ਤੂੰ ਲਾਇਆ ਤੇ ਸਮਝ ਤੋਂ ਗਿਆ। ਹੂੰ। ਇਹ ਇੰਜੀ ਜੇ ਆਹੋ, ਗਲੀ 'ਚ ਕਿਉਂਕਿ ਵੀ ਕਿਤੇ ਕੋਈ ਮਾਸਕ ਨਹੀਂ, ਬਾਜ਼ਾਰ 'ਚ ਵੀ ਕੋਈ ਨਹੀਂ। ਅੱਛਾ, ਤੇ ਇੱਥੇ ਆਪਣਾ ਮੋਬਾਈਲ ਫੋਨ ਜਿਹੜਾ ਲੈ ਕੇ ਜਾਓ ਚੱਲਦਾ? ਮੈਂ ਜਦੋਂ ਫਸਟ ਟਾਈਮ ਆਇਆ ਸੀ ਨਾ, ਲਾਸਟ ਈਅਰ ਆਇਆ ਇੱਥੇ, ਤੇ ਉਦੋਂ ਚੱਲਦਾ ਰਿਹਾ ਫੋਨ ਮੇਰਾ। ਹੂੰ। ਤੇ ਫਿਰ ਅਚਾਨਕ ਉਹਨਾਂ ਨੇ ਬੰਦ ਕਰਤਾ ਸੀ ਫੋਨ। ਅੱਛਾ। ਤੇ ਉਹਦੇ ਬਾਅਦ ਇਸਲਾਮਾਬਾਦ ਉਹਨਾਂ ਨੂੰ ਮੈਂ ਕਾਲ ਕੀਤੀ ਸੀ ਤੇ ਉਹਨਾਂ ਨੇ ਆਨ ਕਰਤਾ ਸੀ ਮੇਰਾ ਫੋਨ 1 ਮਹੀਨੇ ਲਈ। ਠੀਕ ਹੈ। ਇਸ ਦਫਾ ਮੈਂ ਲੈਂਡ ਕੀਤਾ ਤੇ ਮੇਰਾ ਫੋਨ ਜਿਹੜਾ ਨਾ ਉਹ ਬੰਦ ਕਰਤਾ ਉਹਨਾਂ ਨੇ ਕਿਹਾ ਜੀ ਮੈਸੇਜ ਆਉਂਦਾ ਕਿ ਇਹਨੂੰ ਰਜਿਸਟਰਡ ਕਰਵਾਓ ਤੁਸੀਂ ਫੋਨ ਨੂੰ। ਹੂੰ। ਉਹ ਫਿਰ ਉਹਦਾ ਕੋਈ ਗਲਬਨ IMF ਨੰਬਰ ਸ਼ਾਇਦ ਕਹਿੰਦੇ ਨੇ, ਗਲਬਨ ਕੀ ਉਹਨੂੰ, ਹੂੰ। ਕਿ ਉਹ ਜਾ ਕੇ ਉਹਦਾ ਨੰਬਰ ਦਿਓ ਫੋਨ ਸੈੱਟ ਦਾ। ਅੱਛਾ। ਤੇ ਉਹ ਫਿਰ ਤੁਹਾਡਾ ਨਾ ਰਜਿਸਟਰਡ ਹੋਏਗਾ, ਉਹਦੀ ਫੀਸ ਜਮਾ ਹੋਏਗੀ ਨੈਸ਼ਨਲ ਬੈਂਕ 'ਚ। ਹੂੰ ਹੂੰ। ਤੇ ਉਹ ਫਿਰ ਤੁਹਾਡਾ ਫੋਨ ਆਨ ਹੋ ਜਾਏਗਾ, ਰਜਿਸਟਰਡ ਕਰ ਦੇਣਗੇ, ਆਟੋਮੈਟਿਕ ਰਜਿਸਟਰਡ ਹੋ ਜਾਏਗਾ ਫੀਸ ਜਮਾ ਹੋਣ ਦੇ ਬਾਅਦ। ਅੱਛਾ, ਤੇ ਫਿਰ ਹੁਣ ਕੀ ਹੋਇਆ? ਤੁਸੀਂ ਨਵਾਂ ਲੈ ਲਿਆ ਫਿਰ ਉੱਥੇ ਦਾ ਹੀ? ਤੁਸੀਂ ਕਿਹੜੇ ਮੁਸੀਬਤ 'ਚ ਪੈਣਾ? ਉਹ ਮੈਂ ਗਿਆ, ਮੇਰੇ ਤੇ ਇਲਮ 'ਚ ਨਹੀਂ ਸੀ। ਫਿਰ ਉੱਥੇ ਮਤਲਬ 에ਅਰਪੋਰਟ ਤੇ ਸ਼ਾਇਦ ਸੁਣਿਆ ਕਿ ਕਾਊਂਟਰ ਲੱਗਾ ਦਾ ਜਿੱਥੇ ਤੁਸੀਂ ਰਜਿਸਟਰਡ ਕਰਵਾਉਣਾ ਫੋਨ। ਹੂੰ। ਤੇ ਮੇਰੇ ਤੇ ਇਲਮ 'ਚ ਨਹੀਂ ਸੀ, ਮੈਂ ਤਾਂ ਫਿਰ ਆ ਗਿਆ। ਅੱਛਾ। ਆ ਕੇ ਫਿਰ ਜਦੋਂ ਪਤਾ ਕੀਤਾ ਤੇ ਉਹ ਫਿਰ ਕਿਸੇ ਨੇ ਕਿਹਾ ਪਹਿਲੇ ਕਾਲ ਕਰੋ ਇਸਲਾਮਾਬਾਦ ਨਾ ਉਹਨਾਂ ਦੇ ਦਫ਼ਤਰ। ਹੂੰ। ਹਾਂਜੀ, ਇਹਦਾ ਫੋਨ ਦਾ ਗਲਬਨ IMF ਨੰਬਰ ਹੀ ਕਹਿੰਦੇ ਨੇ। ਉਹ ਮੈਂ ਉੱਥੋਂ 100 ਰੁਪਇਆ ਦੇ ਕੇ ਫਰੈਂਚਾਈਜ਼ ਵਾਲਿਆਂ ਕੋਲ ਚਿਨੋੜ ਜਾ ਕੇ ਕਢਵਾਇਆ ਜੇ। ਅੱਛਾ, ਤੇ ਉਹ ਰੈਫਰੈਂਸ ਨੰਬਰ ਲਿਖਤਾ ਸੀ। ਠੀਕ ਹੈ। ਫਿਰ ਮੈਨੂੰ ਉਹਨਾਂ ਕਿਹਾ 16,001 ਰੁਪਇਆ ਤੁਸੀਂ ਨੈਸ਼ਨਲ ਬੈਂਕ 'ਚ ਜਮ੍ਹਾਂ ਕਰਾਓ, ਫਿਰ ਦੁਬਾਰਾ ਸਾਡੇ ਕੋਲ ਆਓ, ਅਸੀਂ ਇਹਨੂੰ ਰਜਿਸਟਰਡ ਕਰ ਦਿਆਂਗੇ। ਉਹ ਕਿੰਨੀ ਦੇਰ ਲਈ ਹੋਏਗਾ? ਨਹੀਂ, ਉਹ ਫਿਰ ਇੱਕ ਦਫਾ ਹੀ ਹੋਣਾ, ਕਹਿੰਦੇ ਫੋਨ ਸੈੱਟ ਨੈਕਸਟ ਟਾਈਮ ਜਦੋਂ ਵੀ ਆਓਗੇ ਤੁਹਾਡਾ ਚੱਲਦਾ ਰਹੇਗਾ ਫੋਨ। ਤੇ ਉਹ ਆਪਣਾ ਪੌਂਡ ਬੜਾ ਉੱਤੇ ਗਿਆ ਤਾਂ ਉਹਦੇ ਨਾਲ ਪਾਕਿਸਤਾਨ 'ਚ ਤੇ ਬੜੀ ਪਿਕਨਿਕ ਹੋਣੀ ਜਿਹੜੇ ਬਾਹਰੋਂ ਗਏ ਤੇ। ਨਹੀਂ, ਉਹਦੇ ਹਿਸਾਬ ਨਾਲ ਮਹਿੰਗਾਈ ਵੀ ਤਾਂ ਬਹੁਤ ਹੋ ਗਈ ਹੈ ਨਾ। ਅੱਛਾ ਜੀ। ਹਾਂਜੀ, ਜ਼ਾਹਰ ਜਿਹੜੀ 10 ਰੁਪਏ ਦੀ ਚੀਜ਼ ਸੀ ਉਹ 30 ਰੁਪਏ ਦੀ ਮਿਲ ਰਹੀ ਹੈ। ਹੂੰ। ਤੁਹਾਡੇ ਖਿਆਲ 'ਚ ਕਿੰਨੇ ਦੀ ਮਿਲਣੀ ਚਾਹੀਦੀ? 10 ਰੁਪਏ ਵਾਲੀ 1 ਰੁਪਏ 'ਚ? ਨਹੀਂ, ਮਕਸਦ ਇਹ ਉਹ ਸਾਨੂੰ ਐਵੇਂ ਖਿਆਲ ਹੀ ਹੈ ਕਿ ਸਾਨੂੰ ਇੰਝ ਪੈਸੇ ਜ਼ਿਆਦਾ ਮਿਲ ਜਾਂਦੇ ਨੇ। ਹਾਂ। ਉਨੀ ਮਹਿੰਗਾਈ ਵੀ ਤੇ ਹੋਈ ਹੈ ਨਾ, ਉੱਥੇ ਹੀ ਗੱਲ ਆਉਂਦੀ ਜੇ। ਸੜਕਾਂ ਕੋਈ ਕਹਿੰਦੇ ਬੜੀਆਂ ਬਿਹਤਰ ਕਰ ਦਿੰਦੀਆਂ, ਪੈਰਿਸ ਬਣਾ ਦਿੱਤਾ ਖਾਨ ਸਾਹਿਬ ਨੇ, ਕੋਈ ਨਜ਼ਰ ਆਇਆ? ਕੋਈ ਪੈਰਿਸ ਨਜ਼ਰ ਨਹੀਂ ਆਇਆ ਜਨਾਬ। ਉਸੇ ਤਰ੍ਹਾਂ ਦੀ ਸਾਰੀ ਕੰਡੀਸ਼ਨ ਜੇ ਮੁਲਕ ਦੀ, ਲੇਕਿਨ ਦਫ਼ਤਰਾਂ ਦੇ ਵਿੱਚ ਬਾਹਰਲ ਬਿਹਤਰੀ ਆਈ ਹੈ। ਅੱਛਾ, ਕੀ ਬਿਹਤਰੀ ਆਈ ਹੈ? ਇਹ ਵੇ ਕਿ ਜਿਵੇਂ ਅੱਗੇ ਹਰ ਵਕਤ ਤੰਗ ਤੁੰਗ ਬਹੁਤ ਜ਼ਿਆਦਾ ਕਰਦੇ ਸੀ ਨਾ, ਉਹ ਘੱਟ ਕੇ ਦੇ ਨੇ। ਚਲੋ, ਇਹ ਤੇ ਅੱਛੀ ਗੱਲ ਹੈ। ਤੇ ਪ੍ਰਾਪਰਟੀ ਮੈਂ ਫੀਲ ਕੀਤਾ ਕਿ 에ਅਰਪੋਰਟ ਤੇ ਵੀ ਮਤਲਬ ਕਿ ਘੱਟ ਹੈ, ਮਤਲਬ ਪ੍ਰੋਬਲਮ ਤੁਹਾਨੂੰ। ਹੂੰ।
ਲੇਕਿਨ- ਤੰਗ ਕੇ ਕਰਦੇ ਸੀ ਲੇਕਿਨ ਗਵਰਨਮੈਂਟ ਦੇ ਦਫ਼ਤਰ 'ਚ ਵੀ ਤੰਗ ਕਰਦੇ ਸੀ। ਬ੍ਰਿਟਿਸ਼ ਪਾਸਪੋਰਟ ਹੋਏ ਤੇ ਵੈਸੇ ਵੀ 에ਅਰਪੋਰਟ ਤੇ ਮੇਰਾ ਤੰਗ ਨਹੀਂ ਕਰਦੇ ਹੋਣੇ। ਨਹੀਂ ਉਹਦੇ ਨਾਲ ਉਹਨਾਂ ਨੂੰ ਕੋਈ ਗਰਜ਼ ਨਹੀਂ ਹੁੰਦਾ ਨਾ, ਕਿਸੇ ਵੀ ਦਫ਼ਤਰ ਜਾਓ, ਪਰ ਬਿਹਤਰੀ ਆਈ ਹੈ ਦਫ਼ਤਰਾਂ ਦੇ ਅੰਦਰ ਗਵਰਨਮੈਂਟ ਦੇ। ਅੱਛਾ ਚਲੋ ਸ਼ੁਕਰ ਹੈ। ਅੱਛਾ ਤੇ ਸਰ ਤੁਹਾਡਾ ਬਹੁਤ ਸ਼ੁਕਰੀਆ ਤੇ ਆਪਣਾ ਫਿਰ ਤੁਹਾਡਾ ਵੀ ਪ੍ਰੋਗਰਾਮ ਚੱਲਦੇ ਰਹਿਣਗੇ, ਆਪਣਾ ਖਿਆਲ ਰੱਖਣਾ। ਕੱਲ ਇੱਕ ਲਾਹੌਰ ਦੇ ਵਿੱਚ ਵਾਕਿਆ ਪੇਸ਼ ਆਇਆ, ਉਹਦੇ ਤੇ ਪ੍ਰੋਗਰਾਮ ਕੀਤਾ ਕਿ ਡਾਕਟਰ ਸੀ, ਮੋਬਾਈਲ ਫੋਨ ਖੋਣ ਲੱਗਾ ਕੋਈ ਤੇ ਉਹ ਦਿੱਤਾ ਨਹੀਂ ਤੇ ਉਹਨੇ ਗੋਲੀ ਮਾਰਤੀ ਨਾ ਜੀ ਤੇ ਕੋਈ ਖੋਏ ਖੂਏ ਤੇ ਉਹਨੂੰ ਦੇ ਦੇਣਾ ਸੂ। ਠੀਕ ਹੈ, ਅੱਲਾਹ ਤਾਲਾ ਰਹਿਮ ਕਰੇ। ਮੈਂ ਪਾਕਿਸਤਾਨੀ ਫੋਨ 14,000 ਦਾ ਖਰੀਦ ਲਿਆ ਹੈ। ਆਹੋ ਮੈਂ ਤੇ- ਕਿਹਾ ਜੀ ਇਹਨਾਂ ਨੂੰ ਟੈਕਸ ਦੇਣਾ। ਜੇ ਕੋਈ ਖੋਣ ਲੱਗੇ ਤੇ ਉਹਨੂੰ ਕਹਿਣਾ ਕਿ ਇਹ ਲੈ ਜਾ ਅਗਲੀ ਦੀ ਦੂਸਰਾ ਵੀ ਤੇਰੀ ਲਈ ਆਵਾਂਗਾ ਬਾਹਰ ਯੂਰਪ ਚੋਂ ਨਾ। ਅੱਲਾਹ ਤਾਲਾ ਰਹਿਮ ਕਰੇ। ਚਲੋ ਠੀਕ ਹੈ ਸਭ ਜੀ, ਦੀ ਬੜੀ ਭਲਾ। ਬੜੀ ਮਿਹਰਬਾਨੀ ਨਾਜ਼ਰੀਨ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਵੇਂ ਹੀ ਗੱਪਸ਼ਪ ਬੈਠੇ ਸੀ, ਮੈਂ ਕਿਹਾ ਚਲੋ ਤੁਹਾਨੂੰ ਪਾਕਿਸਤਾਨ ਦੀ ਮਾਲੂਮਾਤ ਦਈਏ ਕਿ ਸਫ਼ਰ ਕੈਸਾ ਹੈ ਅੱਜ ਕੱਲ੍ਹ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਤੇ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।